ਦੋਸਤੋ, ਮੈਂ ਹਰਵਿੰਦਰਪਾਲ ਸਿੰਘ ਕਹਾਣੀਆਂ ਸੁਣਾਵਾਂਗਾ। ਕਹਾਣੀਆਂ ਸਿੱਖ ਇਤਿਹਾਸ ਦੀਆਂ ਤੇ ਕਹਾਣੀਆਂ ਆਪਣੇ ਸੋਹਣੇ ਦੇਸ਼ ਪੰਜਾਬ ਦੀਆਂ। ਅੱਜ ਦੀ ਕਹਾਣੀ ਹੈ ਥੋਹਾ ਖਾਲਸਾ ਦੇ ਸਿੱਖ ਜਿਨ੍ਹਾਂ ਧਰਮ ਨਹੀਂ ਹਾਰਿਆ। ਬਾਬਾ ਪੰਜਾਬ ਸਿੰਘ ਸੱਥ ਵਿੱਚ ਪਹੁੰਚ ਚੁੱਕਾ ਸੀ। ਬਾਬੇ ਦੀਆਂ ਕਹਾਣੀਆਂ ਦੇ ਸ਼ੌਕੀਨ ਕੀ ਮੁੰਡੇ ਤੇ ਕੀ ਬੁੱਢੇ ਸੱਥ ਵਿੱਚ ਜੁੜ ਬੈਠੇ ਸਨ। ਅਜੇ ਬਾਬੇ ਨੇ ਗੱਲ ਸ਼ੁਰੂ ਨਹੀਂ ਸੀ ਕੀਤੀ ਕਿ ਕੋਲ ਬੈਠਾ ਬੰਤਾ ਸਿੰਘ ਬੋਲ ਉੱਠਿਆ, ਬਾਬਾ ਜੀ ਆਪਣਾ ਪਿਛਲਾ ਪਿੰਡ ਕਿਹੜਾ ਹੈ ਭਲਾ? ਪੁੱਤਰ, ਸਾਡਾ ਪਿਛਲਾ ਪਿੰਡ ਹੈ ਥੋਹਾ ਖਾਲਸਾ। ਥੋਹਾ ਖਾਲਸਾ? ਬਾਬਾ ਜੀ ਇਹ ਨਾਂ ਤਾਂ ਕਦੇ ਸੁਣਿਆ ਹੀ ਨਹੀਂ। ਤੂੰ ਠੀਕ ਕਹਿਣਾ ਹੈ ਪੁੱਤਰ, ਥੋਹਾ ਖਾਲਸਾ ਪਿੰਡ ਪਾਕਿਸਤਾਨ ਵਿੱਚ ਹੈ, ਤਹਿਸੀਲ ਕਹੂਟਾ ਤੇ ਜ਼ਿਲ੍ਹਾ ਰਾਵਲਪਿੰਡੀ। ਕਿਹੋ ਜਿਹਾ ਸੀ ਬਾਬਾ ਜੀ ਤੁਹਾਡਾ ਪਿੰਡ? ਬਹੁਤ ਖੂਬਸੂਰਤ ਸੀ ਸਾਡਾ ਪਿੰਡ। ਪੋਠੋ ਹਾਰ ਦੀਆਂ ਪਹਾੜੀਆਂ ਵਿੱਚ ਘਿਰਿਆ ਹੋਇਆ। ਦੂਰ ਕੋਹ ਮਰੀ ਦੇ ਬਰਫਾਂ ਲੱਦੇ ਪਹਾੜ ਨਜ਼ਰ ਪੈਂਦੇ। ਠੰਡੀਆਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ। ਬਹੁਤ ਹੀ ਦਿਲਕਸ਼ ਨਜ਼ਾਰਾ ਸੀ ਸਾਡੇ ਪਿੰਡ ਦਾ। ਪਿੰਡ ਦੇ ਦੱਖਣ ਵਾਲੇ ਪਾਸੇ ਇੱਕ ਜਲਿਆਰ ਵੀ ਸੀ। ਬਾਬਾ ਜੀ, ਇਹ ਜਲਿਆਰ ਕੀ ਹੁੰਦੀ ਹੈ? ਪੁੱਤਰ, ਚਸ਼ਮੇ ਫੁੱਟਦੇ ਸਨ ਉੱਥੇ। ਉਹਨਾਂ ਦਾ ਵਗਦਾ ਹੋਇਆ ਪਾਣੀ ਇੱਕ ਸਰੋਵਰ ਵਿੱਚ ਇਕੱਠਾ ਹੋ ਜਾਂਦਾ ਸੀ। ਉਸੇ ਨੂੰ ਜਲਿਆਰ ਆਖਦੇ ਸਾਂ। ਉਸੇ ਜਲਿਆਰ ਤੋਂ ਹੀ ਸਾਰਾ ਪਿੰਡ ਪੀਣ ਵਾਲਾ ਪਾਣੀ ਭਰਦਾ ਸੀ। ਖਾਂਦੇ ਪੀਂਦੇ ਖੱਤਰੀ ਸਿੱਖਾਂ ਦਾ ਪਿੰਡ ਸੀ ਥੋਹਾ ਖਾਲਸਾ। ਪਿੰਡ 'ਚ ਬਰਾਦਰੀਆਂ ਦੇ ਨਾਂ ਤੇ ਹੀ ਮਹੱਲੇ ਸਨ। ਇੱਕ ਮਹੱਲਾ ਦੁਗਲਾਂ ਦਾ ਸੀ, ਇੱਕ ਮਹੱਲਾ ਚੰਡੋਕਾਂ ਦਾ ਸੀ, ਇੱਕ ਮਹੱਲਾ ਬਿੰਦਰਿਆਂ ਦਾ ਸੀ ਤੇ ਤੀਰਾਂ ਦਾ ਮਹੱਲਾ ਤਾਂ ਬਹੁਤ ਹੀ ਵੱਡਾ ਸੀ। ਬਹੁਤ ਵੱਡੀ ਬਰਾਦਰੀ ਸੀ ਤੀਰਾਂ ਦੀ। ਸਭ ਜ਼ਮੀਨਾਂ ਦੇ ਮਾਲਕ ਸਨ। ਪਿੰਡ ਦੇ ਬਹੁਤੇ ਨੌਜਵਾਨ ਪੜ੍ਹੇ ਲਿਖੇ ਸਨ ਤੇ ਦੂਰ ਦੁਰਾਡੇ ਨੌਕਰੀਆਂ ਕਰਦੇ। ਕੋਈ ਦਿੱਲੀ, ਕੋਈ ਮੇਰਠ, ਕੋਈ ਕਲਕੱਤੇ ਤੇ ਕੋਈ ਲਾਹੌਰ। ਪਿੰਡ 'ਚ ਮੁਸਲਮਾਨਾਂ ਦੇ ਘਰ ਵੀ ਬਹੁਤ ਸਨ, ਪਰ ਉਹ ਸਾਡੇ ਤੋਂ ਕੁਝ ਦੂਰ ਆਪਣੀਆਂ ਟੋਕਾਂ ਵਿੱਚ ਰਹਿੰਦੇ ਸਨ। ਬਾਬਾ ਜੀ, ਪਿੰਡ 'ਚ ਖੂਹ ਕਿੰਨੇ ਕੁ ਸਨ? ਪਹਾੜੀ ਇਲਾਕਾ ਹੋਣ ਕਰਕੇ ਪਿੰਡ 'ਚ ਬਹੁਤੇ ਖੂਹ ਤਾਂ ਨਹੀਂ ਸਨ, ਪਰ ਦੁਗਲਾਂ ਨੇ ਖੂਹ ਲਵਾਇਆ ਸੀ। ਬਹੁਤ ਵੱਡਾ ਖੂਹ ਸੀ ਤੇ ਡੂੰਘਾ ਵੀ ਬਹੁਤ ਸੀ। ਬਹੁਤ ਮਸ਼ਹੂਰ ਸੀ ਦੁਗਲਾਂ ਦਾ ਖੂਹ। ਮੈਂ ਤੇ ਅਸਲਮ, ਮੇਰੇ ਬਚਪਨ ਦਾ ਦੋਸਤ, ਕਿੰਨਾ ਚਿਰ ਖੂਹ ਤੇ ਬੈਠੇ ਗੱਲਾਂ ਕਰਦੇ ਰਹਿੰਦੇ। ਮੈਨੂੰ ਯਾਦ ਹੈ ਜਦੋਂ ਪੁਰੇ ਦੀ ਵਾਹ ਵਗਣੀ ਤਾਂ ਅਸਲਮ ਨੇ ਮਿੱਠੀ ਜਿਹੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕਰ ਦੇਣਾ। ਵੱਗੇ ਪੁਰੇ ਦੀ ਵਾਹ ਵੇ, ਟੋਲਾ ਮੁੜ ਕੇ ਨਹੀਂ ਆਇਆ। ਮੈਂ ਟੱਕੀ ਤੇ ਚੜ ਤੱਕਿਆ ਵੇ, ਟੋਲਾ ਮੁੜ ਕੇ ਨਹੀਂ ਆਇਆ। ਓ ਵੱਗੇ ਪੁਰੇ ਦੀ ਵਾਹ ਵੇ, ਟੋਲਾ ਮੁੜ ਕੇ ਨਹੀਂ ਆਇਆ। ਲੰਮਾ ਪੈਂਡਾ ਤੇ ਲੱਗ ਸੀ ਅਧੇਰ ਵੇ, ਟੋਲਾ ਮੁੜ ਕੇ ਨਹੀਂ ਆਇਆ। ਬਾਬਾ ਤਾਂ ਜਿਵੇਂ ਬਚਪਨ ਦੀਆਂ ਯਾਦਾਂ ਦੇ ਵਿੱਚ ਖੋ ਗਿਆ ਸੀ। ਕਹਿ ਰਿਹਾ ਸੀ, ਮੇਰੇ ਬਚਪਨ ਦਾ ਨਾਂ ਬਿੱਲੂ ਸੀ। ਮੈਂ ਤੇ ਅਸਲਮ ਇਕੱਠੇ ਹੀ ਸਕੂਲ ਜਾਂਦੇ ਸਾਂ। ਪਿੰਡ ਮਟੌਰ ਵਿੱਚ ਪੂਰੀ 2 ਮੀਲ ਦੀ ਵਾਟ ਸੀ, ਪਰ ਇੱਕ ਦੂਜੇ ਦੇ ਮੋਢਿਆਂ ਤੇ ਗਲਵੱਕੜੀ ਪਾ ਕੇ ਮਸਤੀ ਵਿੱਚ ਤੁਰੇ ਜਾਂਦੇ। ਪਤਾ ਹੀ ਨਹੀਂ ਸੀ ਲੱਗਦਾ ਕਦੋਂ ਸਕੂਲ ਪਹੁੰਚ ਜਾਂਦੇ। ਤੇ ਸਕੂਲੋਂ ਆਉਂਦਿਆਂ ਦਰਖਤਾਂ ਦੇ ਉੱਤੇ ਚੜ੍ਹ ਕੇ ਕਦੀ ਅੰਬੀਆਂ ਤੋੜ ਚੁੱਪਣੀਆਂ ਤੇ ਕਦੀ ਅੰਜੀਰਾਂ ਤੋੜ ਕੇ ਖਾਣੀਆਂ। ਤੇ ਸਾਡੇ ਨਾਲ ਦੇ ਪਿੰਡ ਦਾ ਇੱਕ ਮੁੰਡਾ ਟਿੱਕਾ ਖਾਨ, ਉਹ ਵੀ ਸਾਡੇ ਨਾਲ ਹੀ ਹੁੰਦਾ। ਇੱਕ ਅੱਖੋਂ ਕਾਣਾ ਸੀ ਉਹ ਤੇ ਕੁਝ ਸਿਧਰਾ ਜਿਹਾ ਵੀ ਸੀ। ਉਹ ਵੀ ਦਰਖਤ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ, ਪਰ ਉਸ ਤੋਂ ਚੜ੍ਹਿਆ ਨਾ ਜਾਂਦਾ। ਮੈਂ ਅੰਬੀਆਂ ਤੋੜ ਕੇ ਝੋਲੀ ਭਰ ਦੇਣੀ ਉਸ ਦੀ। ਬਹੁਤ ਖੁਸ਼ ਹੋਣਾ ਉਸਨੇ। ਅਸਲਮ ਦੀ ਅੰਮਾ ਦਾ ਨਾਂ ਸੀ ਸੁਲਤਾਨਾ। ਉਸ ਨੂੰ ਅਸੀਂ ਮਾਸੀ ਸੁਲਤਾਨਾ ਆਖਦੇ ਸਾਂ। ਮਾਸੀ ਸੁਲਤਾਨਾ ਇੱਕ ਦਿਨ ਕਹਿਣ ਲੱਗੀ, ਬਿੱਲੂ, ਜਦੋਂ ਤੂੰ ਛੋਟਾ ਜਿਹਾ ਸੈਂ ਨਾ, ਤੈਨੂੰ ਮੈਂ ਆਪਣਾ ਦੁੱਧ ਪਿਆਇਆ ਸੀ। ਮੈਨੂੰ ਬਹੁਤ ਹੈਰਾਨੀ ਹੋਈ। ਘਰ ਆ ਕੇ ਮੈਂ ਆਪਣੀ ਮਾਤਾ ਨੂੰ ਪੁੱਛਿਆ, ਮਾਂ, ਕੀ ਇਹ ਸੱਚ ਕਿ ਮਾਸੀ ਸੁਲਤਾਨਾ ਨੇ ਮੈਨੂੰ ਆਪਣਾ
ਦੁੱਧ ਪਿਆਇਆ ਸੀ? ਹਾਂ ਬਿੱਲੂ, ਸੱਚ ਆਖਦੀ ਏ ਸੁਲਤਾਨਾ। ਤੂੰ ਨਿੱਕਾ ਜਿਹਾ ਸੈਂ, ਮੈਂ ਤੈਨੂੰ ਸੁੱਤਾ ਛੱਡ ਕੇ ਜਲਿਆਰ ਤੋਂ ਪਾਣੀ ਲੈਣ ਗਈ ਸਾਂ। ਤੂੰ ਜਾਗ ਪਿਆ ਤੇ ਰੋਂਦਾ ਰੋਂਦਾ ਗਲੀ 'ਚ ਆ ਗਿਆ ਸੀ। ਸੁਲਤਾਨਾ ਤੇਰੇ ਰੋਣ ਦੀ ਆਵਾਜ਼ ਸੁਣ ਕੇ ਦੌੜਦੀ ਹੋਈ ਆ ਗਈ। ਉਸ ਤੋਂ ਤੇਰਾ ਰੋਣਾ ਦੇਖਿਆ ਨਾ ਗਿਆ। ਉਸ ਨੇ ਤੈਨੂੰ ਚੁੱਕਿਆ ਤੇ ਕੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ, ਪਰ ਤੂੰ ਤਾਂ ਰੋਈ ਜਾ ਰਿਹਾ ਸੀ। ਤੇ ਫਿਰ ਸੁਲਤਾਨਾ ਨੇ ਤੈਨੂੰ ਆਪਣਾ ਦੁੱਧ ਪਿਆ ਕੇ ਚੁੱਪ ਕਰਾਇਆ ਸੀ। ਬਾਬਾ ਕਹਿ ਰਿਹਾ ਸੀ, ਬਹੁਤ ਹੀ ਪਿਆਰ ਸੀ ਸਿੱਖਾਂ ਤੇ ਮੁਸਲਮਾਨਾਂ ਦਾ। ਇੱਕ ਵਾਰੀ ਮੈਂ ਸਕੂਲੋਂ ਘਰ ਆਇਆ ਤਾਂ ਘਰ ਰੋਟੀ ਨਹੀਂ ਸੀ ਪੱਕੀ, ਚੁੱਲ੍ਹੇ 'ਚ ਅੱਗ ਨਹੀਂ ਸੀ ਬਲੀ, ਸਾਰੇ ਉਦਾਸ ਬੈਠੇ ਸਨ। ਮੇਰੀ ਮਾਂ ਕਹਿਣ ਲੱਗੀ, ਚਾਚਾ ਕਰਮਦੀਨ ਪੂਰਾ ਹੋ ਗਿਆ, ਜਦ ਤੱਕ ਉਸ ਨੂੰ ਦਫਨਾ ਨਹੀਂ ਦਿੰਦੇ ਕਿਸੇ ਦੇ ਘਰ ਚੁੱਲ੍ਹਾ ਨਹੀਂ ਬਲੇਗਾ। ਤੇ ਜੇ ਕਦੇ ਸਿੱਖਾਂ ਦੇ ਘਰ ਵਿੱਚ ਮਰਨਾ ਹੋ ਜਾਂਦਾ ਤਾਂ ਮੁਸਲਮਾਨਾਂ ਦੇ ਘਰ ਵੀ ਰੋਟੀ ਨਹੀਂ ਸੀ ਪੱਕਦੀ। ਸਭ ਦੇ ਦੁੱਖ ਸੁੱਖ ਸਾਂਝੇ ਸਨ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਸਨ। ਇੱਕ ਵਾਰੀ ਮੈਂ ਆਪਣੇ ਪਿਤਾ ਜੀ ਨਾਲ ਕਿਤੇ ਜਾ ਰਿਹਾ ਸੀ ਕਿ ਰਾਹ 'ਚ ਚਾਚਾ ਰਹਿਮਤ ਦੀ ਬੇਟੀ ਸਲਮਾ ਮਿਲ ਗਈ। ਆਪਣੇ ਖਾਵਨ ਦੇ ਨਾਲ ਪਿੰਡ ਵੱਲ ਨੂੰ ਆ ਰਹੀ ਸੀ। ਮੇਰੇ ਪਿਤਾ ਨੂੰ ਦੇਖਦਿਆਂ ਸਾਰੀ ਉਸਨੇ ਮੂੰਹ ਤੋਂ ਬੁਰਕਾ ਚੁੱਕ ਦਿੱਤਾ ਤੇ ਦੌੜ ਕੇ ਸਾਡੇ ਕੋਲ ਆ ਗਈ। ਪਿਤਾ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਿਆ, ਉਸ ਨੂੰ ਪਿਆਰ ਦਿੱਤਾ, ਸੁੱਖ ਸਾਂਦ ਪੁੱਛੀ ਤੇ 1 ਰੁਪਈਆ ਉਸ ਦੀ ਤਲੀ ਤੇ ਧਰ ਦਿੱਤਾ। ਬਹੁਤ ਖੁਸ਼ ਹੋਈ ਸੀ ਸਲਮਾ। ਮੈਂ ਪਿਤਾ ਜੀ ਨੂੰ ਪੁੱਛਿਆ, ਤੁਸੀਂ ਸਲਮਾ ਨੂੰ ਰੁਪਈਆ ਕਿਉਂ ਦਿੱਤਾ? ਉਹ ਕਹਿਣ ਲੱਗੇ, ਪੁੱਤਰ, ਜਿਹੀ ਤੇਰੀ ਵੱਡੀ ਭੈਣ ਸਤਨਾਮ, ਉਹੋ ਜੀ ਸਲਮਾ ਏ। ਬਾਬਾ ਇਸ ਤਰ੍ਹਾਂ ਬੋਲ ਰਿਹਾ ਸੀ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ। ਸਾਰੇ ਦ੍ਰਿਸ਼ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪਏ ਸਨ। ਪਰ ਬਾਬਾ ਪੰਜਾਬ ਸਿੰਘ ਕੁਝ ਕਹਿੰਦਾ ਕਹਿੰਦਾ ਰੁਕ ਗਿਆ ਸੀ। ਉਸ ਦੇ ਚਿਹਰੇ ਤੇ ਗਹਿਰੀ ਉਦਾਸੀ ਜਿਹੀ ਛਾ ਗਈ ਸੀ। ਕੁਝ ਸੋਚ ਕੇ ਉਹ ਕਹਿਣ ਲੱਗਾ, ਸਦੀਆਂ ਤੋਂ ਸਿੱਖ ਤੇ ਮੁਸਲਮਾਨ ਭਰਾਵਾਂ ਵਾਂਗ ਰਹਿ ਰਹੇ ਸਨ, ਪਰ ਅਚਾਨਕ ਫਿਜ਼ਾ ਵਿੱਚ ਜ਼ਹਿਰ ਘੁੱਲਣ ਲੱਗ ਪਈ ਸੀ। ਮੈਂ ਪੁੱਛਿਆ, ਉਹ ਕਿਵੇਂ ਬਾਬਾ ਜੀ? ਪੁੱਤਰ, ਆਜ਼ਾਦੀ ਦੀ ਲਹਿਰ ਚੱਲ ਰਹੀ ਸੀ। ਇਸੇ ਦੌਰਾਨ ਰੌਲਾ ਪੈ ਗਿਆ ਕਿ ਅੰਗਰੇਜ਼ ਹੁਕਮਰਾਨ ਹਿੰਦੁਸਤਾਨ ਛੱਡ ਕੇ ਜਾ ਰਹੇ ਨੇ। ਸਾਰੇ ਦੇਸ਼ ਵਾਸੀ ਖੁਸ਼ ਸਨ ਕਿ ਹੁਣ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਵਾਂਗੇ। ਪਰ ਮੁਸਲਮਾਨਾਂ ਦੀ ਇੱਕ ਸਿਆਸੀ ਪਾਰਟੀ ਮੁਸਲਿਮ ਲੀਗ ਵੱਖਰੇ ਦੇਸ਼ ਦੀ ਮੰਗ ਕਰ ਰਹੀ ਸੀ। ਥਾਂ ਥਾਂ ਜਲਸੇ ਜਲੂਸ ਤੇ ਨਾਰੇ ਲੱਗ ਰਹੇ ਸਨ, ਲੈ ਕੇ रहेंगे पाकिस्तान, लेके रहेंगे पाकिस्तान। ਤੇ ਪਾਕਿਸਤਾਨ का मतलब क्या? ला इलाहा इल्लल्लाह। ਇੱਧਰ ਹਿੰਦੂ ਤੇ ਸਿੱਖ ਦੇਸ਼ ਦੀ ਵੰਡ ਦੇ ਸਖਤ ਖਿਲਾਫ ਸਨ। ਉਹ ਕਿਸੇ ਵੀ ਹਾਲਤ ਵਿੱਚ ਦੇਸ਼ ਦੇ ਟੁਕੜੇ ਨਹੀਂ ਹੋਣ ਦੇਣਾ ਚਾਹੁੰਦੇ ਸਨ। ਉਧਰ ਮੁਸਲਿਮ ਲੀਗ ਦਾ ਮੁਖੀ ਮੁਹੰਮਦ ਅਲੀ ਜਨਾਹ ਪਾਕਿਸਤਾਨ ਦੀ ਮੰਗ ਤੇ ਅੜਿਆ ਹੋਇਆ ਸੀ। ਇੱਕ ਦਿਨ ਮੁਸਲਿਮ ਲੀਗੀਆਂ ਨੇ ਪੰਜਾਬ ਅਸੈਂਬਲੀ ਲਾਹੌਰ ਵੱਲ ਮਾਰਚ ਕੀਤਾ ਤੇ ਅਸੈਂਬਲੀ ਦੀ ਛੱਤ ਉੱਤੇ ਚੜ੍ਹ ਕੇ ਮੁਸਲਿਮ ਲੀਗ ਦਾ ਝੰਡਾ ਝੁਲਾ ਦਿੱਤਾ। ਇਹ ਸਮਝੋ ਕਿ ਲੱਖਾਂ ਆਦਮੀਆਂ ਦੇ ਕਤਲ ਦਾ ਮੁੱਢ ਵੱਜ ਗਿਆ ਸੀ। ਬਾਬਾ ਦੱਸ ਰਿਹਾ ਸੀ ਕਿ ਸਿੱਖਾਂ ਦਾ ਲੀਡਰ ਸੀ ਉਸ ਸਮੇਂ ਬਜ਼ੁਰਗ ਮਾਸਟਰ ਤਾਰਾ ਸਿੰਘ। ਉਸ ਤੋਂ ਇਹ ਬਰਦਾਸ਼ਤ ਨਾ ਹੋਇਆ। ਉਹ ਇਕੱਲਾ ਹੀ ਨਿਕਲਿਆ ਤੇ ਪੰਜਾਬ ਅਸੈਂਬਲੀ ਦੀ ਛੱਤ ਉੱਤੇ ਜਾ ਚੜਿਆ। ਉਸ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਤੇ ਮੁਸਲਿਮ ਲੀਗ ਦਾ ਝੰਡਾ ਲੀਰੋ ਲੀਰ ਕਰ ਦਿੱਤਾ। ਸਿੱਟੇ ਵਜੋਂ ਮਾਸਟਰ ਤਾਰਾ ਸਿੰਘ ਦੇ ਘਰ ਨੂੰ ਅੱਗ ਲਾ ਦਿੱਤੀ ਗਈ ਤੇ ਉਸ ਦੇ ਖਾਨਦਾਨ ਦੇ ਕਈ ਮੈਂਬਰ ਕਤਲ ਕਰ ਦਿੱਤੇ ਗਏ। ਬਾਬਾ ਬਹੁਤ ਅਫਸੋਸ ਨਾਲ ਦੱਸ ਰਿਹਾ ਸੀ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਰਿਸ਼ਤੇ ਖਰਾਬ ਹੋਣ ਲੱਗ ਪਏ। ਮੇਰਾ ਸਕੂਲ ਜਾਣਾ ਵੀ ਬੰਦ ਹੋ ਗਿਆ। ਅਸਲਮ ਦਾ ਮਿਲਣਾ ਵੀ ਘੱਟ ਹੋ ਗਿਆ। ਇੱਕ ਦਿਨ ਉਹ ਮੈਨੂੰ ਖੂਹ ਤੇ ਮਿਲਿਆ। ਬਹੁਤ ਉਦਾਸ ਸੀ ਉਹ। ਕਹਿਣ ਲੱਗਾ, ਬਿੱਲੂ, ਪਿੰਡ ਵਿੱਚ ਹੁਣ ਓਪਰੇ ਬੰਦੇ ਬਹੁਤ ਆਉਂਦੇ ਨੇ। ਪਿੰਡੋਂ ਬਾਹਰ ਬਹਿ ਕੇ ਪਤਾ ਨਹੀਂ ਕੀ ਸਲਾਹਾਂ ਕਰਦੇ ਨੇ। ਇੱਕ ਭੈੜਾ ਜਿਹਾ ਮੌਲਵੀ ਨਾਲ ਹੁੰਦਾ ਉਹਨਾਂ ਦੇ, ਐਵੇਂ ਪੁੱਠਾ ਸਿੱਧਾ ਬੋਲੀ ਜਾਂਦਾ। ਆਖਦਾ ਏ ਮਾਲੇ ਗਨੀਮਤ ਵਿੱਚ ਸਭ ਦਾ ਬਰਾਬਰ ਦਾ ਹੱਕ ਹੁੰਦਾ ਏ। ਮੈਂ ਪੁੱਛਿਆ, ਮੌਲਵੀ ਜੀ, ਇਹ ਮਾਲੇ ਗਨੀਮਤ ਕੀ ਹੁੰਦਾ ਏ? ਆਖਦਾ ਏ ਲੜਾਈ ਤੋਂ ਬਾਅਦ ਜੋ ਮਾਲ ਕਾਫਰ ਛੱਡ ਕੇ ਭੱਜ ਜਾਣ, ਜਿਵੇਂ ਕਿ ਧਨ ਦੌਲਤ, ਜ਼ਮੀਨਾਂ ਜਾਇਦਾਦਾਂ, ਕੁੜੀਆਂ ਮੁੰਡੇ, ਸਭ ਮਾਲੇ ਗਨੀਮਤ ਏ।
ਸਭ ਵੰਡ ਲਿਆ ਜਾਂਦਾ ਏ। ਮੈਂ ਪੁੱਛਿਆ, ਮੌਲਵੀ ਜੀ ਇਹ ਕਾਫਰ ਕੌਣ ਨੇ? ਕਹਿੰਦਾ ਏ ਇਹ ਸਿਖੜੇ ਕਾਫਰ ਨੇ, ਇਸਲਾਮ ਤੇ ਪਾਕਿਸਤਾਨ ਦੇ ਦੁਸ਼ਮਣ। ਕੱਲ ਅਸਰ ਦੀ ਨਮਾਜ਼ ਤੋਂ ਬਾਅਦ ਉਹ ਮੌਲਵੀ ਮੁਸਲਮਾਨਾਂ ਨੂੰ ਇਕੱਠੇ ਕਰਕੇ ਪਤਾ ਕੀ ਆਖ ਰਿਹਾ ਸੀ? ਐ ਮੁਸਲਮਾਨੋ, ਇਹਨਾਂ ਸਿੱਖਾਂ ਦੀਆਂ ਜ਼ਮੀਨਾਂ ਜਾਇਦਾਦਾਂ, ਸੋਨਾ ਚਾਂਦੀ ਸਭ ਤੁਹਾਡਾ ਏ। ਅਸਾਂ ਇਹਨਾਂ ਸਿੱਖਣਿਆਂ ਕੀ ਮਾਰ ਮਾਰ ਕੇ ਨਸਾਈ ਛੋੜਨਾ। ਇਹਨਾਂ ਦੀਆਂ ਪੱਕੀਆਂ ਹਵੇਲੀਆਂ ਤੇ ਘਰ ਹੁਣ ਤੁਸਾਂ ਹੀ ਸਾਂਭਣੇ ਨੇ। ਵਿੱਚੋਂ ਇੱਕ ਬੋਲ ਉੱਠਿਆ ਸੀ, ਮੌਲਵੀ ਜੀ ਦੁਗਲਾ ਨੇ ਜਿਹੜੀ ਨਵੀਂ ਕੋਠੀ ਬਣਾਈ ਏ, ਟਾਈਲਾਂ ਲਵਾਈਆਂ ਨੇ ਬਾਹਰੋਂ ਮੰਗਾ ਕੇ, ਉਸ ਕੋਠੀ ਤੇ ਮੈਂ ਕਬਜ਼ਾ ਕਰਸਾਂ। ਤੇਲੀਆਂ ਦਾ ਮੁੰਡਾ ਗਫੂਰ ਆਖ ਰਿਹਾ ਸੀ, ਮੌਲਵੀ ਜੀ ਗੁਲਾਬ ਸਿੰਘ ਦੀ ਹਵੇਲੀ ਮੇਰੀ ਹੋਏਗੀ। ਇੱਕ ਹੋਰ ਖੜਾ ਹੋਇਆ, ਗੁਲਾਮਾਂ ਨਾ ਹੀ ਉਸਦਾ, ਮੂੰਹ ਫਲਬੈਰੀ ਨਾਲ ਭਰਿਆ ਹੋਇਆ ਸੂ। ਆਖਣ ਲੱਗਾ, ਚੰਡੋਕਾਂ ਦੀ ਕੁੜੀ ਏ ਨਾ ਭਾਗੋ, ਬਹੁ ਸੋਹਣੀ ਏ, ਮੈਂ ਨਿਕਾਹ ਕਰਸਾਂ ਉਸ ਨਾਲ। ਵਿੱਚੋਂ ਕਈ ਲੋਕ ਹੱਸ ਵੀ ਪਏ, ਪਰ ਮੌਲਵੀ ਕਹਿਣ ਲੱਗਾ, ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਗੁਲਾਮ ਰਸੂਲ, ਮੈਂ ਕਰਾਵਾਂਗਾ ਤੇਰਾ ਨਿਕਾਹ। ਅਸਲਮ ਕਹਿ ਰਿਹਾ ਸੀ, ਮੈਨੂੰ ਵੀ ਮਨਾ ਕਰ ਦਿੱਤਾ ਉਹਨਾਂ ਨੇ। ਕਹਿੰਦੇ ਨੇ ਜੇ ਨਾ ਕਾਫਰ ਸਿੱਖੜਿਆਂ ਨਾਲ ਦੇਖ ਲਿਆ ਤੈਨੂੰ ਤਾਂ ਤੇਰੀ ਖੈਰ ਨਹੀਂ। ਬੜਾ ਉਦਾਸ ਸੀ ਅਸਲਮ ਉਸ ਦਿਨ ਤੇ ਕਾਹਲੀ ਨਾਲ ਚਲਾ ਗਿਆ ਸੀ। ਬਾਬਾ ਦੱਸ ਰਿਹਾ ਸੀ ਕਿ 9 ਮਾਰਚ 1947 ਦੀ ਗੱਲ ਹੈ ਕਿ ਅਸਲਮ ਛੁਪਦਾ ਛਪਾਂਦਾ ਇੱਕ ਵਾਰ ਫਿਰ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਮੌਲਵੀ ਆਖਦਾ ਏ ਕੱਲ ਥੋਹੇ ਖਾਲਸੇ ਤੇ ਹਮਲਾ ਕਰਨਾ ਏ, ਬਿੱਲੂ ਆਪਣਾ ਧਿਆਨ ਰੱਖੀ। ਬਾਬਾ ਆਖ ਰਿਹਾ ਸੀ, ਮੈਂ ਪਿੰਡ ਵਾਲਿਆਂ ਨੂੰ ਇਸ ਦੀ ਖਬਰ ਕਰ ਦਿੱਤੀ ਸੀ, ਪਰ ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ। ਮੇਰੀ ਨਾਨੀ ਆਖਣ ਲੱਗੀ, ਇਸ ਤਰ੍ਹਾਂ ਵੀ ਕਦੀ ਹੁੰਦਾ? ਕੋਈ ਆਪਣਾ ਵਤਨ ਛੱਡ ਕੇ ਵੀ ਕਿਧਰੇ ਜਾਂਦਾ? ਸਦੀਆਂ ਹੋ ਗਈਆਂ ਨੇ ਇੱਥੇ ਰਹਿੰਦਿਆਂ, ਕਦੀ ਬਾਬਰ ਆਇਆ ਤੇ ਕਦੀ ਨਾਦਰ, ਪਰ ਅੱਜ ਤੱਕ ਅਸੀਂ ਆਪਣਾ ਵਤਨ ਨਹੀਂ ਛੱਡਿਆ। ਮੈਂ ਕਿਹਾ, ਬੇਬੇ ਆਜ਼ਾਦੀ ਮਿਲਣੀ ਏ। ਬੇਬੇ ਕਹਿਣ ਲੱਗੀ, ਆਜ਼ਾਦੀ ਮਿਲਣੀ ਏ ਕਿ ਉਜਾੜੇ ਪੈਣੇ ਨੇ? ਟੱਠੇ ਖੂਹ 'ਚ ਪਏ ਇਹੋ ਜਿਹੀ ਆਜ਼ਾਦੀ। ਉਸੇ ਦਿਨ ਸ਼ਾਮ ਨੂੰ ਮੈਂ ਕੋਠੇ ਤੇ ਚੜ੍ਹ ਕੇ ਦੇਖਿਆ ਤਾਂ ਕੋਹ ਮਰੀ ਦੇ ਪਹਾੜਾਂ ਵੱਲੋਂ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਸਾਰੇ ਲੋਕ ਆਪੋ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਦੇਖਣ ਲੱਗ ਪਏ। ਰਾਤ ਹੁੰਦੇ ਹੁੰਦੇ ਅੱਗਾਂ ਹੀ ਅੱਗਾਂ ਦਿਖਣ ਲੱਗ ਪਈਆਂ। ਕੋਈ ਕਹਿ ਰਿਹਾ ਸੀ ਉਹ ਸਾਹਮਣੇ ਧਮਾਲੀ ਪਿੰਡ ਸੜ ਰਿਹਾ ਹੈ, ਤੇ ਕੋਈ ਕਹਿ ਰਿਹਾ ਸੀ ਡੇਰਾ ਖਾਲਸਾ ਵੀ ਖਾਕ ਹੋ ਰਿਹਾ। ਬਾਬਾ ਦੁਖੀ ਹਿਰਦੇ ਨਾਲ ਦੱਸ ਰਿਹਾ ਸੀ ਕਿ ਕੋਹ ਮਰੀ ਦੇ ਪਹਾੜ, ਜਿੱਥੋਂ ਹਮੇਸ਼ਾ ਠੰਡੀਆਂ ਠੰਡੀਆਂ ਹਵਾਵਾਂ ਆਉਂਦੀਆਂ ਸਨ, ਹੁਣ ਤੱਤੀਆਂ ਹਵਾਵਾਂ ਦੇ ਬੁੱਲੇ ਆਉਣ ਲੱਗ ਪਏ ਸਨ। ਅਗਲੇ ਦਿਨ ਸ਼ਾਮ ਦਾ ਸਮਾਂ ਸੀ। ਅਸੀਂ ਸਾਰੇ ਰੋਟੀ ਟੁੱਕ ਦੇ ਆਹਰ ਵਿੱਚ ਸਾਂ ਕਿ ਫਸਾਦੀ ਮੁਸਲਮਾਨ ਪਿੰਡ ਵਿੱਚ ਦਾਖਲ ਹੋ ਗਏ। ਉਹਨਾਂ ਪਿੰਡ ਦੇ ਬਾਹਰਲੇ ਘਰਾਂ ਤੇ ਹਮਲਾ ਕਰ ਦਿੱਤਾ, ਲੁੱਟ ਮਾਰ ਕੀਤੀ ਤੇ ਕਈ ਘਰਾਂ ਨੂੰ ਅੱਗ ਲਾ ਦਿੱਤੀ। ਪਰ ਪਿੰਡ ਵਾਲਿਆਂ ਨੇ ਵੀ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭਜਾ ਦਿੱਤਾ। ਰਾਤ ਨੂੰ ਸਿਆਣਿਆਂ ਨੇ ਬੈਠ ਕੇ ਵਿਚਾਰ ਕੀਤੀ ਕਿ ਇਕੱਠੇ ਹੋ ਕੇ ਫਸਾਦੀਆਂ ਦਾ ਮੁਕਾਬਲਾ ਕੀਤਾ ਜਾਏ। ਇਹ ਫੈਸਲਾ ਕੀਤਾ ਗਿਆ ਕਿ ਸਾਰੇ ਗੁਲਾਬ ਸਿੰਘ ਦੀ ਹਵੇਲੀ ਵਿੱਚ ਇਕੱਠੇ ਹੋ ਜਾਣ। 2 ਮੰਜ਼ਲੀ ਹਵੇਲੀ ਸੀ ਇਹ, ਖੁੱਲੀ ਡੁੱਲੀ ਤੇ ਬਹੁਤ ਮਜ਼ਬੂਤ ਵੀ ਸੀ। ਛੱਤ ਤੇ ਚੜ੍ਹ ਕੇ ਸਾਰਾ ਪਿੰਡ ਨਜ਼ਰੀ ਪੈਂਦਾ ਸੀ। ਸਾਰੇ ਲੋਕੀ ਰਾਤੋਂ ਰਾਤ ਆਪਣਾ ਛੋਟਾ ਮੋਟਾ ਕੀਮਤੀ ਸਮਾਨ ਲੈ ਕੇ ਗੁਲਾਬ ਸਿੰਘ ਦੀ ਹਵੇਲੀ 'ਚ ਪਹੁੰਚ ਗਏ। ਦਿਨ ਦਾ ਚੜ੍ਹਾਅ ਹੁੰਦਿਆਂ ਹੀ ਫਸਾਦੀ ਮੁਸਲਮਾਨਾਂ ਨੇ ਹਵੇਲੀ ਨੂੰ ਘੇਰ ਲਿਆ। ਪਿੰਡ ਦੇ ਨੌਜਵਾਨ ਵੀ ਮੈਦਾਨ ਵਿੱਚ ਨਿੱਤਰ ਆਏ। ਪਿੰਡ ਦੀਆਂ ਗਲੀਆਂ ਵਿੱਚ ਸ਼ਾਮ ਤੱਕ ਝੜਪਾਂ ਹੁੰਦੀਆਂ ਰਹੀਆਂ। ਅਖੀਰ ਫਸਾਦੀਆਂ ਨੂੰ ਭੱਜਣਾ ਪਿਆ। ਬਾਬਾ ਦੱਸ ਰਿਹਾ ਸੀ, ਅਗਲੇ ਦਿਨ ਸਵੇਰ ਹੁੰਦੇ ਸਾਰੀ ਢੋਲ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਅਸੀਂ ਸਾਰੇ ਹਵੇਲੀ ਦੀ ਛੱਤ ਉੱਤੇ ਆ ਗਏ ਤੇ ਦੇਖਿਆ ਕਿ ਚਾਰੇ ਪਾਸੇ ਬਰਛੇ, ਬੇਲਚੇ ਤੇ ਕੁਹਾੜੀਆਂ ਨਾਲ ਲੈਸ ਮੁਸਲਮਾਨ ਫਸਾਦੀ ਖੜੇ ਸਨ। ਕਿਸੇ ਕੋਲ ਅਸਲਾ ਵੀ ਸੀ। ਇੱਧਰ ਸਾਡੇ ਕੋਲ ਵੀ ਕੁਝ ਰਫਲਾਂ ਤੇ ਪਿਸਤੌਲਾਂ ਸਨ। ਦੇਖਦਿਆਂ ਹੀ ਦੇਖਦਿਆਂ ਫਸਾਦੀਆਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਅਸੀਂ ਵੀ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ, ਪਰ ਦੁਪਹਿਰ ਹੁੰਦਿਆਂ ਤੱਕ ਸਾਡਾ ਗੋਲੀ ਸਿੱਕਾ ਖਤਮ ਹੋ ਗਿਆ ਸੀ। ਸਾਡੇ ਨੌਜਵਾਨ ਛੋਟੇ-ਮੋਟੇ ਹਥਿਆਰ ਲੈ ਕੇ ਫਸਾਦੀਆਂ ਦਾ ਮੁਕਾਬਲਾ ਕਰਨ ਲੱਗੇ। ਕਿੰਨੇ ਹੀ ਨੌਜਵਾਨ ਮਾਰੇ ਗਏ
ਤੇ ਕਿੰਨੇ ਹੀ ਜ਼ਖਮੀ ਹੋ ਕੇ ਤੜਫਦੇ ਰਹੇ, ਕੋਈ ਗਿਣਤੀ ਨਹੀਂ। ਹਵੇਲੀਓਂ ਬਾਹਰ ਲੜਦੇ ਇੱਕ ਨੌਜਵਾਨ ਪ੍ਰਤਾਪ ਸਿੰਘ ਨੂੰ ਫਸਾਦੀ ਘੜੀਸ ਕੇ ਆਪਣੇ ਨਾਲ ਲੈ ਗਏ। ਹਵੇਲੀ 'ਚ ਰੌਲਾ ਪੈ ਗਿਆ ਕਿ ਪ੍ਰਤਾਪ ਸਿੰਘ ਨੂੰ ਮਸੀਹ 'ਚ ਲੈ ਗਏ ਨੇ ਤੇ ਮੁਸਲਮਾਨ ਬਣਾ ਦੇਣਗੇ। ਪਰ ਉਸ ਦੀ ਮਾਂ ਨੇ ਗਰਜ ਕੇ ਕਿਹਾ, ਜੇ ਪ੍ਰਤਾਪ ਸਿੰਘ ਮੁਸਲਮਾਨ ਬਣ ਕੇ ਮੇਰੇ ਸਾਹਮਣੇ ਆਇਆ ਤਾਂ ਮੈਂ ਉਸ ਨੂੰ ਗੋਲੀ ਮਾਰ ਛੋੜ ਸਾਂ। ਕੀ ਮਰਦ ਤੇ ਕੀ ਔਰਤਾਂ ਸਾਰੇ ਬੇਖੌਫ ਅਤੇ ਜੋਸ਼ ਨਾਲ ਭਰਪੂਰ ਸਨ। ਪਰ ਅਸਲਾ ਮੁੱਕ ਚੁੱਕਾ ਸੀ, ਲੜਨ ਵਾਲੇ ਨੌਜਵਾਨ ਮਾਰੇ ਜਾ ਚੁੱਕੇ ਸਨ। ਆਖਿਰਕਾਰ ਮੇਰੇ ਪਿਤਾ ਸੰਤ ਸਿੰਘ ਨੇ ਹਵੇਲੀ ਦੀ ਛੱਤ ਤੋਂ ਚਿੱਟਾ ਝੰਡਾ ਲਹਿਰਾ ਦਿੱਤਾ। ਪਰ ਇਸੇ ਸਮੇਂ ਇੱਕ ਸ਼ੂਕਦੀ ਹੋਈ ਗੋਲੀ ਉਹਨਾਂ ਦੇ ਕੋਲੋਂ ਲੰਘ ਗਈ। ਪਰ ਉਹਨਾਂ ਨੇ ਗੋਲੀ ਚਲਾਉਣ ਵਾਲੇ ਨੂੰ ਪਹਿਚਾਣ ਲਿਆ ਸੀ ਤੇ ਉੱਚੀ ਆਵਾਜ਼ ਵਿੱਚ ਬੋਲੇ, ਹੈਂ ਫਿਰੋਜ਼ਾ ਏ? ਹਾਂ ਮੈਂ ਫਿਰੋਜ਼ਾ। ਤੂੰ ਸੰਤ ਸਿੰਘ ਏ? ਹਾਂ ਮੈਂ ਸੰਤ ਸਿੰਘ ਹਾਂ। ਕੀ ਆਖਣਾ ਸੰਤ ਸਿੰਘ? ਫਿਰੋਜ਼ ਖਾਂ, ਤੂੰ ਵੀ ਮਿਲਟਰੀ ਵਿੱਚ ਰਿਹਾ ਤੇ ਮੈਂ ਵੀ। ਤੈਨੂੰ ਵੀ ਪਤਾ ਕਿ ਚਿੱਟੇ ਝੰਡੇ ਤੇ ਗੋਲੀ ਨਹੀਂ ਚਲਾਈਦੀ। ਠੀਕ ਹੈ ਸੰਤ ਸਿੰਘ, ਥੱਲੇ ਆ ਕੇ ਗੱਲ ਕਰੋ ਸਾਡੇ ਨਾਲ, ਹੁਣ ਕੋਈ ਗੋਲੀ ਨਹੀਂ ਆਏਗੀ। ਮੇਰੇ ਪਿਤਾ ਸੰਤ ਸਿੰਘ ਥੱਲੇ ਉਤਰ ਆਏ। ਸਾਹਮਣੇ ਗਲੀ ਵਿੱਚ ਹੀ ਗੱਲਬਾਤ ਹੋ ਰਹੀ ਸੀ। ਮੋਢੇ ਤੇ ਬੰਦੂਕ ਟੰਗੀ ਹੋਈ ਫਿਰੋਜ਼ ਖਾਨ ਨਰਮੀ ਜਿਹੀ ਨਾਲ ਕਹਿਣ ਲੱਗਾ, ਸੰਤ ਸਿੰਘ ਤੁਸੀਂ ਹਾਰ ਚੁੱਕੇ ਹੋ। ਮੇਰਾ ਮਸ਼ਵਰਾ ਹੈ ਕਿ ਸਾਰੇ ਇਸਲਾਮ ਕਬੂਲ ਕਰਕੇ ਆਪਣੀਆਂ ਜਾਨਾਂ ਬਚਾਓ। ਪਰ ਪਿਤਾ ਜੀ ਰੋਹ ਵਿੱਚ ਆ ਕੇ ਕਹਿਣ ਲੱਗੇ, ਫਿਰੋਜ਼ ਖਾਂ ਤੈਨੂੰ ਵੀ ਸਾਡੀ ਤਵਾਰੀਖ ਦਾ ਪਤਾ ਹੈ। ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰ ਸਕਦੇ ਹਾਂ ਪਰ ਇਸਲਾਮ ਕਬੂਲ ਨਹੀਂ ਕਰ ਸਕਦੇ। ਅੱਛਾ ਸੰਤ ਸਿੰਘ, ਹਾਰਿਆਂ ਹੋਇਆਂ ਦਾ ਮਾਲ ਸਾਡੇ ਲਈ ਮਾਲੇ ਗਨੀਮਤ ਏ ਤੇ ਤੁਹਾਡੀਆਂ ਲੜਕੀਆਂ ਉਹ ਵੀ ਸਾਡੇ ਲਈ ਮਾਲੇ ਗਨੀਮਤ ਨੇ। ਆਪਣੀਆਂ ਲੜਕੀਆਂ ਸਾਡੇ ਹਵਾਲੇ ਕਰ ਦਿਓ, ਅਸੀਂ ਚਲੇ ਜਾਵਾਂਗੇ। ਪਿਤਾ ਜੀ ਗੁੱਸੇ ਵਿੱਚ ਬੋਲੇ, ਫਿਰੋਜ਼ ਖਾਂ ਅੱਜ ਤੱਕ ਇਸ ਪਿੰਡ ਵਿੱਚ ਕਿਸੇ ਨੇ ਮੁਸਲਮਾਨਾਂ ਤੇ ਸਿੱਖਾਂ ਦੀਆਂ ਬੱਚੀਆਂ ਵਿੱਚ ਕੋਈ ਫਰਕ ਨਹੀਂ ਸਮਝਿਆ। ਖੌਫ ਕਾ ਅੱਲਾਹ ਦਾ ਡਰ ਖੁਦਾ ਤੋਂ, ਤੇਰੇ ਘਰ ਵੀ ਲੜਕੀਆਂ ਹਨ ਫਿਰੋਜ਼ ਖਾਨ। ਫਿਰੋਜ਼ ਖਾਨ ਸ਼ਰਮਿੰਦਾ ਹੋ ਗਿਆ। ਕੁਝ ਸੋਚ ਕੇ ਕਹਿਣ ਲੱਗਾ, ਜੇ ਤੁਸੀਂ ਆਪਣੇ ਹਥਿਆਰ ਤੇ 20,000 ਰੁਪਇਆ ਨਕਦ ਸਾਡੇ ਹਵਾਲੇ ਕਰ ਦਿਓ ਤਾਂ ਅਸੀਂ ਚਲੇ ਜਾਵਾਂਗੇ। ਪਿਤਾ ਜੀ ਕਹਿਣ ਲੱਗੇ, ਠੀਕ ਹੈ ਫਿਰੋਜ਼ ਖਾਨ, ਤੁਹਾਡੀ ਮੰਗ ਪੂਰੀ ਕਰ ਦਿਆਂਗੇ, ਪਰ ਤੁਸੀਂ ਕਿਸੇ ਘਰ ਨੂੰ ਅੱਗ ਨਹੀਂ ਲਾਓਗੇ, ਲੁੱਟੋਗੇ ਨਹੀਂ। ਫਿਰੋਜ਼ ਖਾਨ ਕਹਿਣ ਲੱਗਾ, ਠੀਕ ਹੈ ਸੰਤ ਸਿੰਘ, ਕਸਮ ਅੱਲਾਹ ਪਾਕ ਦੀ। ਬਾਬਾ ਦੱਸ ਰਿਹਾ ਸੀ ਕਿ ਸਮਝੌਤੇ ਮੁਤਾਬਕ ਹਥਿਆਰ ਤੇ 20,000 ਰੁਪਏ ਫਸਾਦੀਆਂ ਦੇ ਹਵਾਲੇ ਕਰ ਦਿੱਤੇ ਗਏ ਤੇ ਫਸਾਦੀ ਚਲੇ ਗਏ। ਪਰ ਸਾਡੇ ਦੇਖਦੇ ਹੀ ਦੇਖਦਿਆਂ ਉਹਨਾਂ ਨੇ ਸਾਡੇ ਘਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਸਾਡੇ ਘਰਾਂ ਚੋਂ ਕੀਮਤੀ ਸਮਾਨ ਚੁੱਕਿਆ ਤੇ ਊਠਾਂ ਤੇ ਗੱਡਿਆਂ ਤੇ ਲੱਦ ਕੇ ਚੱਲਦੇ ਬਣੇ। ਕੋਈ ਕਹਿ ਰਿਹਾ ਸੀ ਉਹ ਨਵੇਂ ਨਵਾਰੀ ਪਲੰਗ ਸਾਡੇ ਨੇ ਤੇ ਕੋਈ ਸੱਜ ਵਿਆਹੀ ਔਰਤ ਕਹਿ ਰਹੀ ਸੀ ਉਹ ਗਹਿਣਿਆਂ ਵਾਲਾ ਸੰਦੂਕ ਮੇਰਾ ਏ, ਲੁੱਟ ਕੇ ਲੈ ਗਏ ਨੇ, ਕੋਈ ਰੋਕੋ ਉਹਨਾਂ ਨੂੰ। ਬਾਬੇ ਨੇ ਹੋਕਾ ਭਰਿਆ ਤੇ ਕਹਿਣ ਲੱਗਾ, ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਪੁਸ਼ਤਾਂ ਦੀ ਕਮਾਈ ਲੁੱਟ ਲਈ ਗਈ ਪਰ ਅਸੀਂ ਬਸ ਦੇਖਦੇ ਹੀ ਰਹਿ ਗਏ। ਫਿਰ ਕੀ ਹੋਇਆ ਬਾਬਾ ਜੀ? ਅਗਲੇ ਦਿਨ 12 ਮਾਰਚ 1947 ਦੀ ਸਵੇਰ ਫਸਾਦੀ ਫਿਰ ਆ ਗਏ ਸਨ। ਇਸ ਵਾਰ ਬਹੁਤ ਭਾਰੀ ਗਿਣਤੀ ਵਿੱਚ ਸਨ। ਲੱਗਦਾ ਸੀ ਕਈ ਪਿੰਡ ਇਕੱਠੇ ਹੋ ਕੇ ਪਏ ਨੇ। ਢੋਲ ਵੱਜ ਰਹੇ ਸਨ ਤੇ ਨਾਅਰੇ ਲੱਗ ਰਹੇ ਸਨ। ਕੁਝ ਦੇਰ ਲਈ ਢੋਲ ਬੰਦ ਹੋ ਗਏ। ਉਹਨਾਂ ਐਲਾਨ ਕੀਤਾ ਕਿ ਅਗਰ ਆਪਣੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਹੋ ਤਾਂ ਇਸਲਾਮ ਕਬੂਲ ਕਰ ਲਓ ਤੇ ਢੋਲ ਫਿਰ ਵੱਜਣੇ ਸ਼ੁਰੂ ਹੋ ਗਏ। ਉਹ ਇਸ ਤਰ੍ਹਾਂ ਚੜ ਕੇ ਆਏ ਸਨ ਜਿਵੇਂ ਕੋਈ ਜੰਗ ਛਿੜੀ ਹੋਵੇ। ਫਸਾਦੀਆਂ ਦੇ ਕਈ ਚਿਹਰੇ ਜਾਣੇ ਪਹਿਚਾਣੇ ਦਿਸ ਰਹੇ ਸਨ। ਸਦੀਆਂ ਪੁਰਾਣੇ ਰਿਸ਼ਤੇ ਤਾਰ-ਤਾਰ ਹੋ ਗਏ ਸਨ। ਕੱਲ ਤੱਕ ਜਿਹੜੇ ਭਰਾ ਸਨ ਅੱਜ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਇੱਧਰ ਇੱਕ ਸਰਦਾਰ ਰਾਜਾ ਸਿੰਘ ਸਭ ਨੂੰ ਇਕੱਠਿਆਂ ਕਰਕੇ ਕਹਿਣ ਲੱਗੇ, ਅਸੀਂ ਆਪਣੀਆਂ ਜਾਨਾਂ ਬਚਾਉਣ ਲਈ ਹਰਗਿਜ਼ ਮੁਸਲਮਾਨ ਨਹੀਂ ਬਣਾਂਗੇ।
ਬੇਸ਼ੱਕ ਸਾਡੀ ਬੋਟੀ ਕਰ ਦੇਣ। ਯਾਦ ਕਰੋ ਆਪਣੇ ਇਤਿਹਾਸ ਨੂੰ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ, ਉਮਰ 7 ਸਾਲ ਤੇ 9 ਸਾਲ, ਕੀ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਇਸਲਾਮ ਕਬੂਲ ਕੀਤਾ ਸੀ? ਭਾਈ ਮਨੀ ਸਿੰਘ ਦੇ ਬੰਦ ਕੱਟ ਦਿੱਤੇ ਗਏ। ਭਾਈ ਸਤੀਦਾਸ ਨੂੰ ਜ਼ਿੰਦਾ ਜਲਾ ਦਿੱਤਾ ਗਿਆ। ਮੀਰ ਮੰਨੂ ਨੇ ਬੱਚਿਆਂ ਦੇ ਟੁਕੜੇ ਕਰਕੇ ਮਾਤਾਵਾਂ ਦੀ ਝੋਲੀ ਵਿੱਚ ਪਾ ਦਿੱਤਾ, ਪਰ ਕਿਸੇ ਨੇ ਵੀ ਇਸਲਾਮ ਕਬੂਲ ਨਹੀਂ ਸੀ ਕੀਤਾ। ਸਾਡਾ ਘਰ ਕਾਟ ਸਭ ਉੱਜੜ ਚੁੱਕਾ ਹੈ। ਹੁਣ ਕੇਵਲ ਸਿੱਖੀ ਰਹਿ ਗਈ ਹੈ ਸਾਡੇ ਪੱਲੇ। ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਤੋਂ ਬੇਮੁਖ ਨਹੀਂ ਹੋਵਾਂਗੇ। ਰਾਜਾ ਸਿੰਘ ਦੇ ਬਿਆਨ ਨੇ ਸਭ ਵਿੱਚ ਜੋਸ਼ ਭਰ ਦਿੱਤਾ ਸੀ। ਹਰ ਕੋਈ ਆਪਣੀਆਂ ਜਾਨਾਂ ਵਾਰਨ ਨੂੰ ਤਿਆਰ ਹੋ ਗਿਆ ਸੀ। ਉਧਰ ਢੋਲ ਵੱਜ ਰਹੇ ਸਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ। ਬਰਛੇ, ਭਾਲੇ ਤੇ ਕੁਹਾੜੀਆਂ ਲੈ ਕੇ ਫਸਾਦੀ ਮੁਸਲਮਾਨ ਹਵੇਲੀ ਨੂੰ ਘੇਰ ਕੇ ਖੜੇ ਸਨ। ਗਲੀਆਂ ਵਿੱਚੋਂ ਲਾਸ਼ਾਂ ਦੀ ਸੜਿਆਂਦ ਆ ਰਹੀ ਸੀ। ਸਿੱਖਾਂ ਦੇ ਜਲਦੇ ਹੋਏ ਘਰ ਦਿਸ ਰਹੇ ਸਨ, ਪਰ ਫਸਾਦੀਆਂ ਦੇ ਮਨਾਂ ਵਿੱਚ ਕੋਈ ਖੌਫ ਨਹੀਂ ਸੀ। ਸਗੋਂ ਉਹਨਾਂ ਦੇ ਹੌਸਲੇ ਤਾਂ ਬੁਲੰਦ ਸਨ। ਉਹਨਾਂ ਨੂੰ ਤਾਂ ਜਿਵੇਂ ਜਿਉਂਦੇ ਜੀ ਜੰਨਤ ਮਿਲਣ ਵਾਲੀ ਸੀ। ਧਨ ਦੌਲਤ, ਜਾਇਦਾਦਾਂ ਤੇ ਸਿੱਖਾਂ ਦੀਆਂ ਖੂਬਸੂਰਤ ਕੁੜੀਆਂ। ਢੋਲ ਦੀ ਆਵਾਜ਼ ਫਿਰ ਰੁਕੀ। ਇੱਕ ਵਾਰ ਫਿਰ ਐਲਾਨ ਹੋਇਆ, ਹਵੇਲੀ ਖਾਲੀ ਕਰ ਦਿੱਤੀ ਜਾਏ, ਨਹੀਂ ਤਾਂ ਹਵੇਲੀ ਦੇ ਅੰਦਰ ਹੀ ਸਭ ਨੂੰ ਜ਼ਿੰਦਾ ਸਾੜ ਦਿੱਤਾ ਜਾਏਗਾ। ਸਿਆਣਿਆਂ ਨੇ ਵਿਚਾਰ ਕੀਤੀ ਕਿ ਅਸੀਂ ਤਾਂ ਲੜ ਕੇ ਮਰ ਜਾਵਾਂਗੇ, ਪਰ ਸਾਡੇ ਬੱਚੇ ਤੇ ਬੱਚੀਆਂ ਦਾ ਕੀ ਬਣੇਗਾ? ਇਹਨਾਂ ਨੂੰ ਤਾਂ ਇਹ ਲੁੱਟ ਦਾ ਮਾਲ ਸਮਝਦੇ ਨੇ। ਇਹਨਾਂ ਨੂੰ ਬੇਇੱਜ਼ਤ ਕਰਨਗੇ, ਜ਼ਲੀਲ ਕਰਨਗੇ ਤੇ ਮੁਸਲਮਾਨ ਬਣਾ ਦੇਣਗੇ। ਸਾਰੇ ਸੋਚੀ ਪੈ ਗਏ ਸਨ। ਸਿਆਣਿਆਂ ਨੇ ਫੈਸਲਾ ਕੀਤਾ, ਕੀ ਬੱਚੇ ਤੇ ਕੀ ਵੱਡੇ, ਮਰਨਾ ਤਾਂ ਸਭ ਨੇ ਹੈ ਹੀ। ਕਿਉਂ ਨਾ ਮਰਨ ਤੋਂ ਪਹਿਲਾਂ ਆਪਣੀਆਂ ਨੌਜਵਾਨ ਬੱਚੀਆਂ ਨੂੰ ਆਪਣੇ ਹੱਥੀਂ ਕਤਲ ਕਰ ਦਿੱਤਾ ਜਾਏ, ਤਾਂ ਕਿ ਇਹਨਾਂ ਬੱਚੀਆਂ ਨੂੰ ਕੋਈ ਬੇਇੱਜ਼ਤ ਨਾ ਕਰ ਸਕੇ। ਬੜਾ ਸਖਤ ਫੈਸਲਾ ਸੀ, ਪਰ ਕਿਸੇ ਨੇ ਕੋਈ ਇਤਰਾਜ਼ ਨਾ ਕੀਤਾ। ਕਿਸੇ ਨੂੰ ਵੀ ਮੌਤ ਦਾ ਕੋਈ ਡਰ ਹੀ ਨਹੀਂ ਸੀ। ਨੌਜਵਾਨ ਲੜਕੀਆਂ ਖੁਦ ਮਰਨ ਲਈ ਤਿਆਰ ਹੋ ਗਈਆਂ। ਸਭ ਤੋਂ ਪਹਿਲਾਂ ਰਾਜਾ ਸਿੰਘ ਨੇ ਆਪਣੀ ਨੌਜਵਾਨ ਬੇਟੀ ਮਾਨ ਕੌਰ ਨੂੰ ਆਵਾਜ਼ ਮਾਰੀ। ਮਾਨ ਕੌਰ ਸਾਹਮਣੇ ਆ ਗਈ। ਉਸ ਦੇ ਭਰਵੇਂ ਕੇਸ ਉਸ ਦੀਆਂ ਅੱਡੀਆਂ ਤੱਕ ਲੰਬੇ ਸਨ। ਬਹੁਤ ਖੂਬਸੂਰਤ ਸੀ ਉਹ। ਰਾਜਾ ਸਿੰਘ ਨੇ 2 ਧਾਰਾ ਖੰਡਾ ਮਿਆਨ ਵਿੱਚੋਂ ਬਾਹਰ ਕੱਢਿਆ। ਮਾਨ ਕੌਰ ਨੇ ਆਪਣੀ ਧੌਣ ਝੁਕਾ ਦਿੱਤੀ, ਪਰ ਪਤਾ ਨਹੀਂ ਕੀ ਹੋਇਆ। ਰਾਜਾ ਸਿੰਘ ਦੇ ਹੱਥ ਰੁਕ ਗਏ। ਮਾਨ ਕੌਰ ਕਹਿਣ ਲੱਗੀ, ਪਿਤਾ ਜੀ ਰੁਕ ਕਿਉਂ ਗਏ ਹੋ? ਜਲਦੀ ਕਰੋ, ਮੈਂ ਮੁਸਲਮਾਨਾਂ ਦੇ ਹੱਥੋਂ ਜ਼ਲੀਲ ਹੋ ਕੇ ਨਹੀਂ ਮਰਨਾ ਚਾਹੁੰਦੀ। ਉਸ ਨੇ ਆਪਣੀ ਭਰਵੇਂ ਵਾਲਾਂ ਵਾਲੀ ਗੁੱਤ ਗਰਦਨ ਤੋਂ ਪਾਸੇ ਕਰਕੇ ਗਰਦਨ ਝੁਕਾ ਦਿੱਤੀ। ਰਾਜਾ ਸਿੰਘ ਨੇ ਖੰਡੇ ਦਾ ਇੱਕ ਵਾਰ ਕੀਤਾ ਤੇ ਮਾਨ ਕੌਰ ਦਾ ਸਿਰ ਲੁੜਕਦਾ ਹੋਇਆ ਭਰੇ ਜਾ ਪਿਆ। ਖਟ ਖਟ ਦੀ ਆਵਾਜ਼ ਆਈ। ਇੱਕ ਇੱਕ ਕਰਕੇ ਉਹਨਾਂ ਨੇ ਆਪਣੇ ਕੁਨਬੇ ਦੀਆਂ ਸਾਰੀਆਂ ਬੱਚੀਆਂ ਨੂੰ ਕਤਲ ਕਰ ਦਿੱਤਾ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ, ਕਿਸੇ ਨੇ ਵੀ ਸੀ ਨਹੀਂ ਸੀ ਕੀਤੀ। ਕੋਈ ਰੋਇਆ ਨਹੀਂ ਸੀ। ਸਭ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਤੇ ਮੂੰਹੋਂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਆਖ ਰਹੇ ਸਨ। ਇਸੇ ਦੌਰਾਨ ਨੇੜੇ ਬੈਠਾ ਬਜ਼ੁਰਗ ਰਾਮ ਸਿੰਘ ਚੀਖਿਆ, ਹੋ ਰਾਜਾ ਸਿੰਘ, ਪਹਿਲਾਂ ਮੈਨੂੰ ਮਾਰ, ਮੇਰੇ ਗੋਡੇ ਨਹੀਂ ਚੱਲਦੇ, ਤੁਸੀਂ ਤਾਂ ਭੱਜ ਜਾਓਗੇ, ਮੈਂ ਭੱਜ ਨਹੀਂ ਸਕਦਾ। ਪਹਿਲਾਂ ਮੈਨੂੰ ਮਾਰ ਰਾਜਾ ਸਿੰਘ, ਮੈਂ ਮੁਸਲਮਾਨ ਬਣ ਕੇ ਨਹੀਂ ਜਿਉਣਾ ਚਾਹੁੰਦਾ। ਰਾਜਾ ਸਿੰਘ ਨੇ ਰਾਮ ਸਿੰਘ ਦੀ ਗਰਦਨ ਤੇ ਵੀ ਇੱਕ ਵਾਰ ਕੀਤਾ ਤੇ ਉਸ ਦਾ ਸਿਰ ਵੀ ਧੜ ਤੋਂ ਅਲੱਗ ਹੋ ਗਿਆ। ਰਾਮ ਸਿੰਘ ਦਾ ਧੜ ਕੁਝ ਦੇਰ ਤੜਪ ਕੇ ਸ਼ਾਂਤ ਹੋ ਗਿਆ ਸੀ। ਇੱਕ ਹੋਰ ਸਰਦਾਰ ਨੇ ਆਪਣੀਆਂ ਪਿਆਰੀਆਂ ਬੱਚੀਆਂ ਨੂੰ ਆਪਣੇ ਹੱਥੀਂ ਕਤਲ ਕੀਤਾ ਤੇ ਆਪਣੇ ਸਰੀਰ ਨੂੰ ਅੱਗ ਲਾ ਕੇ ਫਸਾਦੀਆਂ ਦੇ ਹਜੂਮ ਉੱਤੇ ਛਾਲ ਮਾਰ ਦਿੱਤੀ। ਬੜਾ ਹੀ ਦਰਦਨਾਕ ਦ੍ਰਿਸ਼ ਸੀ। ਹਵੇਲੀ ਦੀ ਛੱਤ ਉੱਤੇ ਖੂਨ ਦੀਆਂ ਧਾਰਾਂ ਵਹਿ ਰਹੀਆਂ ਸਨ ਤੇ ਆਪਣੀਆਂ ਹੀ ਬੱਚੀਆਂ ਦੀਆਂ ਸਿਰ ਕਟੀਆਂ ਲਾਸ਼ਾਂ ਅਜੇ ਤੜਪ ਰਹੀਆਂ ਸਨ। ਕੋਈ 25 ਬੱਚੀਆਂ ਆਪਣੇ ਪਿਤਾ ਜਾਂ ਭਰਾਵਾਂ ਹੱਥੋਂ ਮਾਰੀਆਂ ਜਾ ਚੁੱਕੀਆਂ ਸਨ। ਮੇਰੇ ਪਿਤਾ ਸੰਤ ਸਿੰਘ, ਰਾਜਾ ਸਿੰਘ, ਹਰਬੰਸ ਸਿੰਘ ਤੇ 1-2 ਹੋਰ ਬੰਦੇ ਕਿਰਪਾਨਾਂ ਲੈ ਕੇ ਬਾਹਰ ਨਿਕਲੇ ਤੇ ਫਸਾਦੀਆਂ ਦੇ ਹਜੂਮ ਉੱਤੇ ਟੁੱਟ ਪਏ, ਪਰ ਕੋਈ ਵੀ ਜਿਉਂਦਾ ਵਾਪਸ ਨਾ ਮੁੜਿਆ। ਹਵੇਲੀ 'ਚ ਹੁਣ 25-30 ਬੱਚੇ, ਬਜ਼ੁਰਗ ਤੇ 150 ਔਰਤਾਂ ਹੀ ਬਾਕੀ ਰਹਿ ਗਈਆਂ ਸਨ। ਅਖੀਰ ਹਵੇਲੀ ਖਾਲੀ ਕਰ ਦਿੱਤੀ ਗਈ। ਸਾਨੂੰ ਸਾਰਿਆਂ ਨੂੰ ਦੁਗਲਾਂ ਦੇ ਖੂਹ ਦੇ ਨੇੜੇ ਇਕੱਠਾ ਕਰ ਲਿਆ ਗਿਆ। ਔਰਤਾਂ ਖੂਹ ਦੇ ਆਲੇ ਦੁਆਲੇ ਬਹਿ ਗਈਆਂ ਤੇ ਮਰਦ
ਥੋੜਾ ਹਟਵਾ ਘਾਹ ਤੇ ਬੈਠ ਗਏ। ਫਸਾਦੀ ਮੁਸਲਮਾਨਾਂ ਨੇ ਸਾਨੂੰ ਚਾਰੋਂ ਤਰਫ ਘੇਰਿਆ ਹੋਇਆ ਸੀ। ਇਹਨਾਂ ਨੂੰ ਮੌਲਵੀ ਪਹੁੰਚ ਗਿਆ ਤੇ ਸਾਨੂੰ ਸਮਝਾਉਣ ਲੱਗਾ, ਦੇਖੋ ਤੁਹਾਡੇ ਜੱਟ ਸਿੱਖਾਂ ਦੇ ਪਿੰਡਾਂ ਦੇ ਪਿੰਡ ਮੁਸਲਮਾਨ ਬਣ ਗਏ ਨੇ। ਢਿੱਲੋਂ, ਬਾਜਵੇ, ਮੱਲੀ ਸਭ ਮੁਸਲਮਾਨ ਹੋ ਗਏ ਨੇ। ਮੈਂ ਖੁਦ ਉਹਨਾਂ ਨੂੰ ਕਲਮਾ ਪੜ੍ਹਾ ਕੇ ਆਇਆ। ਤੁਹਾਡੇ ਲਈ ਅਜੇ ਵੀ ਇੱਕ ਮੌਕਾ ਹੈ ਕਿ ਤੁਸੀਂ ਵੀ ਮੁਸਲਮਾਨ ਬਣ ਜਾਓ ਤੇ ਜਾਓ ਆਪਣੇ ਘਰ-ਬਾਰ ਸੰਭਾਲੋ। ਦੇਖੋ ਮੈਂ ਵੀ ਯਕੀਨ ਦਵਾਨਾ ਕਿ ਤੁਹਾਡਾ ਲੁੱਟਿਆ ਹੋਇਆ ਮਾਲ ਸਭ ਵਾਪਸ ਕਰ ਦਿੱਤਾ ਜਾਏਗਾ। ਪਰ ਕਿਸੇ ਨੂੰ ਵੀ ਇਹ ਸ਼ਰਤ ਮਨਜ਼ੂਰ ਨਹੀਂ ਸੀ। ਸਾਰੇ ਹੀ ਬੈਠੇ ਸੰਗਤੀ ਰੂਪ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਪਰ ਖੂਹ ਦੀ ਮੌਣ ਤੇ ਬੈਠੀ ਇੱਕ ਬੀਬੀ ਲਾਜ ਕੌਰ ਛੋਟੇ ਜਿਹੇ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੇ ਬੈਠੇ ਅਰਦਾਸ ਕਰ ਰਹੀ ਸੀ। ਉਧਰ ਮੌਲਵੀ ਨੇ ਧਰਤੀ ਤੇ ਇੱਕ ਲਕੀਰ ਖਿੱਚ ਦਿੱਤੀ ਤੇ ਕਹਿਣ ਲੱਗਾ, ਜਿਸ ਨੇ ਵੀ ਮੁਸਲਮਾਨ ਬਣਨਾ ਹੈ ਲਕੀਰ ਪਾਰ ਕਰਕੇ ਇਸ ਤਰਫ ਆ ਜਾਏ। ਪਰ ਕੋਈ ਵੀ ਤਿਆਰ ਨਾ ਹੋਇਆ। ਕਿਸੇ ਨੂੰ ਵੀ ਮੌਤ ਦਾ ਕੋਈ ਡਰ ਹੀ ਨਹੀਂ ਸੀ। ਸਗੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਹੋਰ ਉੱਚੀ ਹੋ ਗਈ। ਮੌਲਵੀ ਫਿਰ ਕੜਕਿਆ, ਜਿਸ ਨੂੰ ਵੀ ਆਪਣੀ ਜਾਨ ਪਿਆਰੀ ਏ ਲਕੀਰ ਦੇ ਇਸ ਪਾਰ ਆ ਜਾਏ। ਇੱਕ ਬਜ਼ੁਰਗ ਖੜਾ ਹੋ ਗਿਆ। ਉਸਨੇ ਕਿਹਾ, ਬੇਸ਼ੱਕ ਸਾਡੇ ਟੁਕੜੇ ਟੁਕੜੇ ਕਰ ਦਿਓ ਪਰ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ। ਮਾਤਾ ਬਸੰਤ ਕੌਰ ਖੜੀ ਹੋਈ। ਉਸਨੇ ਲਲਕਾਰ ਕੇ ਕਿਹਾ, ਸਾਡੀਆਂ ਗਰਦਨਾਂ ਕੱਪ ਛੋੜੋ ਪਰ ਅਸੀਂ ਮੁਸਲਮਾਨ ਨਾ ਬਣਨੇ ਆ। ਬੀਬੀ ਲਾਜ ਕੌਰ ਅਰਦਾਸ ਕਰ ਰਹੀ ਸੀ, ਹੇ ਵਾਹਿਗੁਰੂ ਜਿੰਨਾ ਚਿਰ ਜਿਉਂਦੇ ਰਹੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈਏ। ਹੁਣ ਬੇਬਸ ਹੋਏ ਪਏ ਆ ਵਾਹਿਗੁਰੂ, ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਏ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਕਹਿੰਦਿਆਂ ਬੀਬੀ ਲਾਜ ਕੌਰ ਦੇ ਹੰਝੂ ਵਗ ਤੁਰੇ। ਉਸ ਨੇ ਅਰਦਾਸ ਦੀ ਆਖਰੀ ਪੰਕਤੀ ਬੋਲੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਫਿਰ ਉਸਨੇ ਖੜੇ ਹੋ ਕੇ ਬੱਚੇ ਨੂੰ ਮੋਢੇ ਨਾਲ ਲਾ ਲਿਆ ਤੇ ਉੱਚੀ ਆਵਾਜ਼ ਵਿੱਚ ਜੈਕਾਰਾ ਛੱਡਿਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਫਿਰ ਬੀਬੀ ਲਾਜ ਕੌਰ ਨੇ ਆਪਣੇ ਛੋਟੇ ਜਿਹੇ ਬੱਚੇ ਸਮੇਤ ਖੂਹ ਵਿੱਚ ਛਾਲ ਮਾਰ ਦਿੱਤੀ। ਪਾਣੀ ਵਿੱਚ ਜ਼ੋਰਦਾਰ ਆਵਾਜ਼ ਆਈ, ਧੜਮ। ਦੇਖਦਿਆਂ ਔਰਤਾਂ ਤੇ ਕੁੜੀਆਂ ਖੂਹ ਵਿੱਚ ਛਾਲਾਂ ਮਾਰਨ ਲੱਗ ਪਈਆਂ। ਤੇ ਖੂਹ ਦੇ ਪਾਣੀ ਵਿੱਚੋਂ ਧੜਮ ਧੜਮ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਮੇਰੀ ਮਾਂ ਨੇ ਮੈਨੂੰ ਗਲ ਨਾਲ ਲਾਇਆ, ਮੇਰਾ ਮੱਥਾ ਚੁੰਮਿਆ ਤੇ ਕਿਹਾ, ਪੁੱਤਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ। ਤੇ ਖੂਹ ਦੀ ਮੌਣ ਉੱਤੇ ਜਾ ਚੜੀ ਤੇ ਫਿਰ ਉਸਨੇ ਖੂਹ ਵਿੱਚ ਛਾਲ ਮਾਰ ਦਿੱਤੀ। ਮੇਰੀ ਵੱਡੀ ਭੈਣ ਵੀ ਆਖਰੀ ਵਾਰ ਮੈਨੂੰ ਗਲੇ ਮਿਲੀ ਤੇ ਵਾਹਿਗੁਰੂ ਆਖ ਕੇ ਉਸਨੇ ਵੀ ਖੂਹ ਵਿੱਚ ਛਾਲ ਮਾਰ ਦਿੱਤੀ। ਖੂਹ ਤਾਂ ਐਵੇਂ ਭਰ ਗਿਆ ਸੀ ਜਿਵੇਂ ਪਾਥੀਆਂ ਨਾਲ ਭਰਿਆ ਹੋਇਆ ਤੰਦੂਰ ਹੋਵੇ। ਤੇ ਫਿਰ ਮੈਂ ਵੀ ਖੂਹ ਵਿੱਚ ਛਾਲ ਮਾਰ ਦਿੱਤੀ, ਪਰ ਖੂਹ ਭਰ ਚੁੱਕਾ ਸੀ ਤੇ ਮੈਂ ਡੁੱਬ ਨਾ ਸਕਿਆ। ਮੇਰੇ ਪਿੰਡ ਦੇ ਇੱਕ ਬਜ਼ੁਰਗ ਜਵੰਦਾ ਸਿੰਘ ਚੱਕੀ ਵਾਲੇ ਨੇ ਦੇਖਿਆ ਕਿ ਮੈਂ ਅਜੇ ਜ਼ਿੰਦਾ ਹਾਂ। ਉਸ ਨੇ ਆਪਣੀ ਪਗੜੀ ਖੋਲ ਕੇ ਖੂਹ 'ਚ ਲਮਕਾ ਦਿੱਤੀ ਤੇ ਮੈਨੂੰ ਬਾਹਰ ਆਉਣ ਲਈ ਕਿਹਾ। ਮੈਂ ਪਗੜੀ ਦੇ ਸਹਾਰੇ ਖੂਹ 'ਚੋਂ ਬਾਹਰ ਆ ਗਿਆ। ਕੋਲ ਖੜੇ ਫਸਾਦੀ ਹੈਰਾਨ ਹੋ ਗਏ। ਮੌਲਵੀ ਦੀ ਰੂਹ ਕੰਬ ਉੱਠੀ। ਇਸੇ ਦੌਰਾਨ ਕਿਸੇ ਨੇ ਰੌਲਾ ਪਾ ਦਿੱਤਾ ਕਿ ਮਿਲਟਰੀ ਆ ਗਈ ਏ ਤੇ ਮੌਲਵੀ ਹਜੂਮ ਨੂੰ ਨਾਲ ਲੈ ਕੇ ਦੂਰ ਨਿਕਲ ਗਿਆ। ਕੋਈ 90 ਔਰਤਾਂ ਨੇ ਖੂਹ 'ਚ ਛਾਲ ਮਾਰ ਦਿੱਤੀ ਸੀ। ਥੋੜੀ ਦੇਰ ਬਾਅਦ ਅਸਲਮ ਵੀ ਉੱਥੇ ਪਹੁੰਚ ਗਿਆ ਤੇ ਸਾਡੇ ਸਕੂਲ ਦਾ ਇੱਕ ਮਾਸਟਰ ਅਬਦੁਲ ਰਹਿਮਾਨ ਇੱਕ ਰੱਸਾ ਲੈ ਕੇ ਆ ਗਿਆ। ਸਾਰਿਆਂ ਨੇ ਰਲ ਕੇ ਜਿਹੜੇ ਡੁੱਬ ਨਾ ਸਕੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ 4 ਕੁੜੀਆਂ ਨੂੰ ਬਚਾ ਲਿਆ ਗਿਆ। ਅਸਲਮ ਮੇਰੇ ਗਲ ਲੱਗ ਕੇ ਬਹੁਤ ਰੋਇਆ ਤੇ ਕਹਿਣ ਲੱਗਾ, ਅੱਲਾਹ ਕਰੇ ਸਭ ਠੀਕ ਹੋ ਜਾਏ, ਅਸੀਂ ਫਿਰ ਇਕੱਠਿਆਂ ਸਕੂਲ ਜਾਵਾਂਗੇ, ਫਿਰ ਢੋਲੇ ਗਾਵਾਂਗੇ। ਪਰ ਇਹ ਨਹੀਂ ਹੋ ਸਕਿਆ। ਇਸੇ ਦੌਰਾਨ ਟਿੱਕਾ ਖਾਨ ਵੀ ਉੱਥੇ ਪਹੁੰਚ ਗਿਆ। ਉਹ ਆਪਣੇ ਨਾਲ ਚਾਦਰ ਵਿੱਚ ਪੁੰਨੇ ਹੋਏ ਦਾਣੇ ਭਰ ਕੇ ਲੈ ਆਇਆ ਸੀ। ਟਿੱਕਾ ਖਾਨ ਵੀ ਬਹੁਤ ਰੋਇਆ। ਬਾਬਾ ਪੰਜਾਬ ਸਿੰਘ ਬਹੁਤ ਭਾਵੁਕ ਹੋ ਗਿਆ ਸੀ। ਕਹਿਣ ਲੱਗਾ, ਖੂਹ ਵਿੱਚ ਛਾਲਾਂ ਮਾਰਨ ਵਾਲੀਆਂ ਸਾਰੀਆਂ ਮੇਰੀਆਂ ਭੈਣਾਂ ਤੇ ਮਾਤਾਵਾਂ ਸਨ। ਕਿਸੇ ਨੇ ਨਿੱਕਾ ਬਾਲ ਚੁੱਕਿਆ ਹੋਇਆ ਸੀ, ਕੋਈ ਪੇਕੇ ਆਈ ਹੋਈ ਸੀ ਤੇ ਕਿਸੇ ਦੇ ਹੱਥਾਂ ਤੇ ਮਹਿੰਦੀ ਲੱਗੀ ਹੋਈ ਸੀ। ਮੇਰਾ ਜੀ ਕਰਦਾ ਏ ਕਿ ਮੈਂ ਉਸੇ ਖੂਹ ਦੀ ਮੌਣ ਤੇ ਬਹਿ ਕੇ
ਆਪਣੀਆਂ ਭੈਣਾਂ ਦੇ ਸੁਹਾਗ ਗਾਵਾਂ, ਨਿੱਕੇ ਨਿੱਕੇ ਬੱਚਿਆਂ ਦੀਆਂ ਲੋਰੀਆਂ ਗਾਵਾਂ ਤੇ ਤਾਹਾ ਮਾਰ-ਮਾਰ ਕੇ ਰੋ ਪਵਾਂ ਤੇ ਚੀਖ-ਚੀਖ ਕੇ ਕਹਾਂ, ਮੇਰੀਓ ਭੈਣੋ, ਅਸੀਂ ਤੁਹਾਨੂੰ ਭੁੱਲੇ ਨਹੀਂ ਆ, ਅਸੀਂ ਤੁਹਾਨੂੰ ਭੁੱਲੇ ਨਹੀਂ ਆ, ਅਸੀਂ ਤੁਹਾਨੂੰ ਭੁੱਲੇ ਨਹੀਂ ਆ ਮੇਰੀਓ ਭੈਣੋ। ਬਾਬਾ ਪੰਜਾਬ ਸਿੰਘ ਤੋਂ ਬੋਲਿਆ ਨਹੀਂ ਸੀ ਜਾ ਰਿਹਾ, ਉਸ ਦਾ ਗਲਾ ਪਾਰ ਆਇਆ ਸੀ। ਕੁਝ ਦੇਰ ਰੁਕ ਕੇ ਉਹ ਕਹਿਣ ਲੱਗਾ, ਪਤਾ ਲੱਗਾ ਏ ਕਿ ਅਸਲਮ ਅਜੇ ਜਿਉਂਦਾ ਏ। ਅੱਜ ਵੀ ਉਸੇ ਖੂਹ ਦੀ ਮੌਣ ਤੇ ਬਹਿ ਕੇ ਉਹ ਬਹੁਤ ਰੋਂਦਾ ਏ, ਬਹੁਤ ਰੋਂਦਾ ਏ। ਬਾਬਾ ਆਖ ਰਿਹਾ ਸੀ, ਪੁੱਤਰ, ਅਸੀਂ ਸਭ ਕੁਝ ਛੱਡ ਆਏ ਹਾਂ, ਧਨ ਦੌਲਤ, ਜ਼ਮੀਨਾਂ ਜਾਇਦਾਦਾਂ, ਭਰੇ ਹੋਏ ਘਰ, ਭੈਣਾਂ ਭਰਾਵਾਂ ਦੀਆਂ ਰੁਲਦੀਆਂ ਹੋਈਆਂ ਲਾਸ਼ਾਂ, ਪਰ ਸਾਨੂੰ ਫਖਰ ਏ ਕਿ ਅਸੀਂ ਧਰਮ ਨਹੀਂ ਹਾਰਿਆ, ਸਿੱਖੀ ਤੋਂ ਬੇਮੁਖ ਨਹੀਂ ਹੋਏ। ਸੱਚ ਕਹਿ ਰਿਹਾ ਸੀ ਬਾਬਾ ਪੰਜਾਬ ਸਿੰਘ, ਥੋਹਾ ਖਾਲਸਾ ਦੇ ਸਿੱਖਾਂ ਨੇ ਧਰਮ ਨਹੀਂ ਸੀ ਹਾਰਿਆ। ਦੋਸਤੋ, ਬਾਬਾ ਪੰਜਾਬ ਸਿੰਘ ਨੂੰ ਸਬਸਕ੍ਰਾਈਬ ਕਰਨਾ ਕਿਤੇ ਭੁੱਲ ਨਾ ਜਾਣਾ।